ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹੋਏ ਅਕਾਲ ਪੁਰਖ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਵਿਖੇ ਨਿਤਨੇਮ ਕਰਮ ਅਨੁਸਾਰ ਆਪੋ ਆਪਣੀ ਹਾਜ਼ਰੀ ਭਰ ਕੇ ਜਨਮ ਦੇ ਕੁਛ ਪਲ ਕੁਛ ਘੜੀਆਂ ਸਫਲਿਆਂ ਕਰਨ ਦੇ ਯਤਨ ਕਰਦੇ ਹਾਂ। ਇੱਕ ਸਮੇਂ ਨੂੰ ਸਫਲਿਆ ਕਰਨ ਹੁੰਦਾ ਹੈ, ਇੱਕ ਸਮਾਂ ਬਤੀਤ ਕਰਨਾ ਹੁੰਦਾ ਹੈ। ਸਮਾਂ ਜਿਸ ਨੇ ਬਤੀਤ ਕਰਨਾ ਹੈ, ਸਮਾਂ ਲੰਘਾਉਣਾ ਹੈ, ਉਹਨੂੰ ਕੋਈ ਬਹੁਤੇ ਵੱਡੇ ਯਤਨ ਨਹੀਂ ਕਰਨੇ ਪੈਂਦੇ। ਸਮਾਂ ਆਪਣੇ ਆਪ ਹੀ ਲੰਘਦਾ ਤੁਰਿਆ ਜਾਂਦਾ ਹੈ। ਪਰ ਜਿਸ ਨੇ ਸਮੇਂ ਨੂੰ ਸਫਲਿਆ ਕਰਨਾ ਹੈ, ਉਹਨੂੰ ਬਹੁਤ ਯਤਨ ਕਰਨੇ ਪੈਂਦੇ ਨੇ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੇਵਲ ਅਤੇ ਕੇਵਲ ਲੰਘਾਉਣੀ ਹੈ, ਉਹ ਜ਼ਿੰਦਗੀ ਲੰਘਾਉਣ ਵਾਸਤੇ ਕੋਈ ਬਹੁਤੇ ਯਤਨ ਨਹੀਂ ਕਰਨੇ ਪੈਂਦੇ, ਕਿਉਂਕਿ ਪ੍ਰਕਿਰਤੀ ਬੱਚੇ ਤੋਂ ਜਵਾਨ ਬਣਾ ਦਿੰਦੀ ਹੈ, ਜਵਾਨੀ ਤੋਂ ਬੁਢੇਪਾ ਲਿਆ ਦਿੰਦੀ ਹੈ। ਇਹਦੇ ਵਾਸਤੇ ਕੋਈ ਬਹੁਤੇ ਯਤਨ ਮਨੁੱਖ ਨੂੰ ਨਹੀਂ ਕਰਨੇ ਪੈਂਦੇ। ਬਹੁਤੇ ਯਤਨ ਜੀਵਨ ਨੂੰ ਸਫਲ ਕਰਨ ਵਾਸਤੇ ਬੜੇ ਯਤਨ ਕਰਨੇ ਪੈਂਦੇ ਨੇ। ਔਰ ਜੀਵਨ ਸਫਲਾ ਕਿਵੇਂ ਹੋਵੇਗਾ, ਮਰਨਾ ਸਫਲਾ ਕਿਵੇਂ ਹੋਵੇਗਾ, ਇਹ ਸਾਰੀ ਜਿਹੜਾ ਗਿਆਨ ਹੈ, ਇਹ ਕੇਵਲ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਦੁਨੀਆ ਦੇ ਵਿੱਚ ਜਿਉਣਾ ਕਿਵੇਂ ਹੈ, ਮਾਂ ਬਾਪ ਰਿਸ਼ਤੇਦਾਰ ਸਾਕ ਸੰਬੰਧੀ ਸਭ ਦੱਸ ਦੇਣਗੇ। ਜ਼ਿੰਦਗੀ ਕਿਵੇਂ ਜਿਉਣੀ ਹੈ ਔਰ ਮੌਤ ਕਿਵੇਂ ਸਫਲੀ ਕਰਨੀ ਹੈ, ਮਰਨਾ ਸਫਲਾ ਕਿਵੇਂ ਕਰਨਾ ਹੈ, ਇਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੱਸਦੇ ਹਨ। ਮਨੁੱਖ ਦੀ ਆਦਿ ਕਾਲ ਤੋਂ ਲੈ ਕੇ ਇਹ ਤਮੰਨਾ ਚੱਲੀ ਆਉਂਦੀ ਹੈ ਕਿ ਮੇਰੇ ਕੋਲ ਇਹੋ ਜਿਹੀ ਜ਼ਿੰਦਗੀ ਹੋਵੇ, ਜਿਹੜੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਹੋਵੇ, ਅਤੇ ਮੇਰੀ ਇਹ ਜ਼ਿੰਦਗੀ ਹੈ ਜਿਹੜੀ ਇਹ ਸਫਲੀ ਹੋ ਜਾਵੇ। ਜ਼ਿੰਦਗੀ ਸਫਲੀ ਕਰਨ ਵਾਸਤੇ ਤੇ ਮਨੁੱਖ ਨੂੰ ਬਹੁਤ ਉਦਮ ਉਪਰਾਲੇ ਕਰਨੇ ਪੈਣਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਮਨੁੱਖ ਨੂੰ ਬਚਨ ਕਰਦੇ ਨੇ ਕਿ ਜ਼ਿੰਦਗੀ ਸਫਲੀ ਕਿਵੇਂ ਕਰਨੀ ਹੈ, ਮਰਨਾ ਸਫਲਾ ਕਿਵੇਂ ਕਰਨਾ ਹੈ। ਗੁਰੂ ਸਾਹਿਬ ਜੀ ਮਹਾਰਾਜ ਤੇ ਐਸਾ ਕਹਿੰਦੇ ਨੇ ਕਿ ਜਨਮ ਉਹਨਾਂ ਦਾ ਸਫਲ ਹੈ ਜਿਨ੍ਹਾਂ ਦਾ ਦੁਬਾਰੇ ਜਨਮ ਨਾ ਹੋਵੇ, ਮਰਨਾ ਉਹਨਾਂ ਦਾ ਸਫਲ ਹੈ ਜਿਨ੍ਹਾਂ ਦਾ ਦੁਬਾਰੇ ਮਰਨ ਨਾ ਹੋਵੇ। ਕਿਉਂਕਿ ਜੰਮਣਾ ਮਰਨਾ ਇੱਕ ਬਹੁਤ ਵੱਡੇ ਦੁੱਖ ਲੱਗੇ ਹੋਏ ਨੇ ਮਨੁੱਖਾ ਜ਼ਿੰਦਗੀ ਨੂੰ। ਔਰ ਗੁਰੂ ਸਾਹਿਬ ਜੀ ਮਹਾਰਾਜ ਨੇ ਜਿਸ ਤਰ੍ਹਾਂ ਹੁਕਮ ਕੀਤਾ ਹੈ, ਗੁਰੂ ਨਾਨਕ ਨੇ ਅਕਾਲ ਪੁਰਖ ਮਹਾਰਾਜ ਜੀਆਂ ਦਾ ਇਹ ਨਿਦਾਨਾ, ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਇਸ ਖਜ਼ਾਨੇ ਨੂੰ ਖੋਲ੍ਹ ਕੇ ਦੇਖਣਾ ਪਵੇਗਾ।
कि अक्सर गुरु नानक ने जिहड़ा ये निदान खजाना परमेश्वर दा बख्शिया है, इहदे विच किन्ना कुछ है, की कुछ है। पंचदसी दे विच एक कहानी आउंदी है। एक बाप अपने सारी जिंदगी की कमाई इकट्ठी की, एक ट्रंक दे विच पा के उन्हों जिंदरा लगा दिता ते चाबी अपने दोने बेटियां नूं दे दिती। कहन लगे, बेटा जी मेरा ते हुण अंतिम समा आ गया, मेरी जिंदगी भर दी खून पसीने की कमाई इस ट्रंक दे विच है ते तुसी इहनूं सांभ के रखिओ। वो कहन लगे ठीक है। पहले अमीर बड़े सन, हौली हौली गरीबी आ गई। ट्रंक नूं घर विच रखिआ, दोने टाइम ट्रंक नूं खोलिया नहीं, पर दोने टाइम उसकी पूजा करते हैं, उन्होंने अगरबत्ती करते हैं, उस दियां परिक्रमा करते हैं कि साडे बाप दी ये अंतम जिहड़ी है निशानी साडे कोल है। वो लम्मा टाइम जद इंज ही करते रहे, उन्होंने खोल के दोने भरावां ने ना देखा कि इहदे विच है की। अत दी गरीबी आ गई, भोजन पानी घर विच नहीं बन रहा। एक दिन एक साधु आया, वो महात्मा ने आके कुंडा खड़काया, जद अग्यों इन्हां दोने भरावां ने खोलिया ना कुंडा खोल के सामने होए साधु दे ते ओ महात्मा जी ने अपना खप्पर अगे कर दिता। बेटा मैं भोजन लैण वास्ते तुरिया सी, मेरा पेट बड़ा भुख है, इस खप्पर दे विच तुसी मैनूं भोजन पा दिओ। वो कहन लगे, महात्मा जी अज ते जिस तरह तुसी भुखे हो ना, इंज तरह साडा भी पेट है जिहड़ा ये भुखा ही है, असीं भी अज कुछ नहीं खाधा। वो महात्मा कहन लगे, तुसी क्यों नहीं कुछ खाधा? तुहाडे कोले ते घर-बार है, सारा कुछ हैगा, तुसी भुखे क्यों? कुछ किसी का लैना भी किसी का कुछ देना हुंदा है। भावें साधु महात्मा ने अग्यों खप्पर कीता सी भोजन वास्ते, वो कहन लगे असीं खुद भुखे हैं, असीं तुहानूं कित्थों दे दईए, पर कुछ किसी का कुछ लैना कुछ देना हुंदा है। वो कहन लगा, बेटा मैं तुहाथों कुछ लैन नहीं, तुहानूं कुछ देन आया। भावें अग्यों खप्पर कीता है, मैं तुहानूं कुछ देन आया। वो दोने सपुत्र कहन लगे, महात्मा जी जद तुहाडा अपना खप्पर खाली है, सानू तुसी की दे के जाओगे? तुसी खुद मंगते फिरदे हो, जिहड़ा आप मंग रहा है वो सानू की देवेगा? तुसी ते आप खुद घर घर जाके मंग रहे हो।
ਪਰ ਕਈਆਂ ਦਾ ਲੈਣਾ ਦੇਣਾ ਇਹ ਸੰਬੰਧ ਸੰਸਾਰ ਦੇ ਵਿੱਚ ਜੁੜਦਾ ਹੈ। ਕਹਿੰਦੇ ਮੈਂ ਤੁਹਾਨੂੰ ਲੈਣ ਨਹੀਂ, ਮੈਂ ਤੇ ਤੁਹਾਨੂੰ ਦੇਣ ਵਾਸਤੇ ਆਇਆ। ਕੀ ਦੇਣ ਵਾਸਤੇ ਆਇਆ? ਇੱਕ ਸ਼ਬਦ। ਕਹਿੰਦੇ ਉਹ ਸ਼ਬਦ ਕਿਹੜਾ ਹੈ? ਕਹਿੰਦੇ ਮੈਨੂੰ ਤੁਸੀਂ ਆਪਣੇ ਘਰ ਵਿੱਚ ਲੈ ਕੇ ਚੱਲੋ, ਮੈਂ ਤੁਹਾਡੇ ਪਿਤਾ ਦਾ ਜਾਣਕਾਰ ਹਾਂ, ਮੈਨੂੰ ਪਤਾ ਕਿ ਤੁਹਾਡਾ ਪਿਤਾ ਚੜ੍ਹਾਈ ਕਰ ਗਿਆ। ਕਹਿਣ ਲੱਗੇ ਠੀਕ ਹੈ, ਲੈਣਾ ਆਇਆ ਤੇ ਕੁਛ ਲੈਣ ਸੀ, ਪਰ ਮਹਾਤਮਾ ਜੀ ਕਹਿਣ ਲੱਗੇ ਮੈਂ ਭਾਵੇਂ ਤੁਹਾਡੇ ਅੱਗਿਓਂ ਖੱਪਰ ਕੀਤਾ ਪਰ ਤੁਹਾਨੂੰ ਕੁਝ ਦੇਣ ਆਇਆ। ਦੁਨੀਆ ਦੇ ਵਿੱਚ ਜਦ ਕੋਈ ਮੰਗ ਰਿਹਾ ਹੈ ਤੇ ਉਹਨੂੰ ਹਰ ਕੋਈ ਇਹ ਗੱਲ ਕਹਿ ਦਿੰਦਾ ਕਿ ਤੂੰ ਮੰਗਤਾ ਹੈ, ਮੰਗਤਾ ਹੈ, ਤੂੰ ਤੇ ਭਿਖਾਰੀ ਹੈ। ਸੰਸਾਰ ਦੇ ਵਿੱਚ ਕਿਸੇ ਵੀ ਭਿਖਾਰੀ ਦਾ ਨਰਾਦਰ ਨਾ ਹੋਵੇ, ਗੁਰੂ ਨਾਨਕ ਨੇ ਬਹੁਤ ਵੱਡਾ ਬਚਨ ਕੀਤਾ ਹੈ। ਗੁਰੂ ਨਾਨਕ ਦੀ ਗੱਦੀ ਦੇ 9ਵੇਂ ਵਾਰਿਸ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਨੁੱਖ ਆਪਣੇ ਆਪ ਨੂੰ ਬਾਦਸ਼ਾਹ ਸਮਝ ਕੇ ਕਿਤੇ ਦੂਸਰੇ ਨੂੰ ਭਿਖਾਰੀ ਸਮਝ ਕੇ ਉਹਨੂੰ ਕੁਛ ਨਾ ਦੇਵੇ। ਸੁਚੇਤ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿ ਜਿਸਨੂੰ ਤੂੰ ਮੰਗਤਾ ਕਹਿ ਰਿਹਾ ਹੈ, ਸੱਚ ਕਰਕੇ ਜਾਣ ਕੇ ਮੰਗਤਾ ਤੂੰ ਵੀ ਹੈ, ਭਿਖਾਰੀ ਤੂੰ ਵੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੇ ਐਲਾਨੀਆਂ ਬਚਨ ਕੀਤੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰਤ ਹੈ, ਪੂਰਨ ਹੋਵੈ ਕਾਮ। ਜਿੰਨਾ ਇਹ ਜਗਤ ਹੈ ਇਹ ਸਾਰੇ ਦਾ ਸਾਰਾ ਭਿਖਾਰੀਆਂ ਦਾ ਹੈ। ਇਹ ਸਭ ਦੇ ਸਭ ਮੰਗਤੇ ਨੇ। ਬਸ ਫਰਕ ਇੰਨਾ ਕੁ ਰਹਿ ਜਾਂਦਾ ਹੈ ਕਿ ਕੋਈ ਤੇ ਮੰਦਰ ਦੇ ਬਾਹਰ ਬੈਠ ਕੇ ਭਿਖਿਆ ਮੰਗ ਲੈਂਦਾ ਤੇ ਕੋਈ ਮੰਦਰ ਦੇ ਅੰਦਰ ਜਾ ਕੇ ਪਰਮੇਸ਼ਰ ਤੋਂ ਭਿਖਿਆ ਮੰਗ ਲੈਂਦਾ ਹੈ। ਭਿਖਾਰੀ ਤੇ ਭਿਖਾਰੀ ਦੇ ਵਿੱਚ ਅੰਤਰ ਜ਼ਰੂਰ ਹੋ ਸਕਦਾ ਹੈ, ਕੋਈ ਛੋਟਾ ਭਿਖਾਰੀ ਹੈ, ਕੋਈ ਵੱਡਾ ਭਿਖਾਰੀ ਹੈ, ਪਰ ਹੈ ਸਭ ਦੇ ਸਭ ਭਿਖਿਆ ਮੰਗਣ ਵਾਲੇ ਭਿਖਾਰੀ ਨੇ। ਤਮਾਮ ਸੰਸਾਰ ਦੇ ਵਿੱਚ ਕਿਸੇ ਵੀ ਭਿਖਾਰੀ ਦਾ, ਕਿਸੇ ਵੀ ਮੰਗਤੇ ਦਾ ਕੋਈ ਨਰਾਦਰ ਨਾ ਕਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ, ਜਗਤ ਭਿਖਾਰੀ ਫਿਰਤ ਹੈ। ਸਾਰਾ ਜਗਤ ਹੀ ਭਿਖਾਰੀਆਂ ਦਾ ਹੈ। ਮੈਂ ਕੁਛ ਲੈਣ ਵਾਸਤੇ ਨਹੀਂ, ਕੁਝ ਦੇਣ ਵਾਸਤੇ ਆਇਆ। ਕਿਉਂਕਿ ਜਦ ਕੋਈ ਭਿਖਾਰੀ ਨੂੰ ਭਿਖਿਆ ਪਾਉਂਦਾ ਹੈ ਨਾ, ਕੋਈ 4 ਰੁਪਈਏ ਦਿੰਦਾ ਹੈ ਜਾਂ ਉਸ ਨੂੰ ਕੁਛ ਵੀ ਆਪਣੇ ਘਰ ਦੇ ਵਿੱਚੋਂ ਭੋਜਨ ਪਾਣੀ ਦਿੰਦਾ ਹੈ, ਉਸ ਦੇ ਬਦਲੇ ਉਹ ਭਿਖਾਰੀ ਉਸ ਨੂੰ ਅਸੀਸਾਂ ਦੇ ਕੇ ਜਾਂਦਾ ਹੈ। ਪਰ ਅਜੋਕੇ ਸਮੇਂ ਦੇ ਜਿਹੜੇ ਭਿਖਾਰੀ ਨੇ, ਇਹਨਾਂ ਦੀਆਂ ਅਸੀਸਾਂ ਜਿਹੜੀਆਂ ਉਹ ਬਦਲ ਗਈਆਂ। ਇਹਨਾਂ ਨੂੰ ਕੁਛ ਵੀ ਦੇ ਦਈਏ, ਕੁਛ ਵੀ ਆਪਣੇ ਹੱਥ ਦੇ ਵਿੱਚੋਂ ਇਹਨਾਂ ਨੂੰ ਦਿਓ ਤੇ ਅੱਗਿਓਂ ਕਹਿੰਦੇ ਨੇ ਜਿਉਂਦਾ ਵਸਦਾ ਰਹਿ। ਵੀ ਜਿਉਂਦਾ ਵਸਦਾ ਤੇ ਤੇਰੇ ਸਾਹਮਣੇ ਖੜਾ ਹੀ ਆ, ਹੁਣ ਕਿਹੜੇ ਮਰੇ ਨੇ ਤੈਨੂੰ ਭਿਖਿਆ ਦਿੱਤੀ ਹੈ। ਅਸੀਸਾਂ ਬਦਲ ਗਈਆਂ। ਉਹ ਦੁਨਿਆਵੀ ਸਮਾਜਿਕ ਅਸੀਸਾਂ ਦਿੰਦੇ ਨੇ। ਤੇਰੇ ਕੋਲੇ ਬਹੁਤਾ ਧਨ ਹੋਵੇ, ਤੇਰੇ ਕੋਲੇ ਇਹ ਹੋਵੇ ਉਹ ਹੋਵੇ, ਬੜਾ ਕੁਛ ਹੈ ਬੰਦੇ ਕੋਲੇ। ਪਰਮਾਤਮਾ ਨੇ ਬੜਾ ਕੁਝ ਬਖਸ਼ਿਆ ਹੈ। ਇਹ ਤੇ ਬੰਦੇ ਤੋਂ ਹੀ ਨਹੀਂ ਰੁਕਿਆ ਜਾਂਦਾ, ਵਰਨਾ ਪਰਮਾਤਮਾ ਨੇ ਕੁਛ ਵੀ ਲੁਕੋ ਕੇ ਨਹੀਂ ਰੱਖਿਆ ਹੋਇਆ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰਾ ਜਗਤ ਭਿਖਾਰੀਆਂ ਦਾ ਹੈ। ਕੋਈ ਕਿਤੇ ਮੰਗ ਰਿਹਾ, ਕੋਈ ਕਿਤੇ ਮੰਗ ਰਿਹਾ। ਇਹ ਸਾਧੂ ਕਹਿਣ ਲੱਗਿਆ ਭਾਵੇਂ ਮੈਂ ਤੁਹਾਡੇ ਅੱਗਿਓਂ ਖੱਪਰ ਕੀਤਾ ਹੈ, ਪਰ ਫਿਰ ਵੀ ਮੈਂ ਤੁਹਾਨੂੰ ਕੁਛ ਦੇਣ ਵਾਸਤੇ ਆਇਆ। ਕਿਸੇ ਦਾ ਕੁਛ ਮੰਗਣਾ ਵੀ,
ਕੁਛ ਦੇਣਾ ਹੁੰਦਾ ਹੈ, ਅਤੇ ਕਿਸੇ ਦਾ ਕੁਛ ਦੇਣਾ ਵੀ ਕੁਛ ਮੰਗਣਾ ਹੁੰਦਾ ਹੈ। ਸੰਸਾਰ ਦੇ ਵਿੱਚ ਖੈਰ ਮੈਂ ਇੱਕ ਉਦਾਹਰਨ ਦੇ ਦੇਵਾਂ, ਜਦ ਅਸੀਂ ਕਿਸੇ ਦੇ ਵਿਆਹ ਸ਼ਾਦੀ ਦੇ ਵਿੱਚ ਜਾਂਦੇ ਹਾਂ, ਬੱਚਿਆਂ ਨੂੰ ਸਲਾਮੀ ਦਿੰਦੇ ਹਾਂ, ਉਹ ਦੇਣ ਨਹੀਂ ਹੁੰਦਾ, ਉਹ ਲੈਣ ਹੁੰਦਾ ਵੀ ਜਿੱਦਾਂ ਸਾਡੇ ਘਰ ਦੇ ਵਿੱਚ ਸ਼ਾਦੀ ਹੋਈ ਇੰਨੀ ਤੁਸੀਂ ਸਲਾਮੀ ਦੇਣੀ ਹੈ। ਸੰਸਾਰ ਦੇ ਵਿੱਚ ਤੇ ਬਣੀ ਹੈ। ਅਜੋਕੇ ਸਮੇਂ ਦਾ ਸੰਸਾਰ ਮਰਗਤ 'ਤੇ ਵੀ ਕਿਸੇ ਦੇ ਜਾ ਰਿਹਾ ਹੈ, ਅਤੇ ਬੜੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਦੇ ਵਿੱਚ ਰੋਂਦੇ ਨੇ। ਹੈਰਾਨਗੀ ਦੀ ਗੱਲ ਹੈ ਕਿ ਜਿਹਨੂੰ ਅਸੀਂ ਰੋ ਕੇ ਆਏ ਹਾਂ, ਫਿਰ ਉਹਨਾਂ ਦਾ ਟੱਬਰ ਸਾਡਿਆਂ ਨੂੰ ਰੋਣ ਆ ਜਾਂਦਾ ਹੈ। ਇਹ ਤਾਂ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਹੈ, ਲੈਣਾ ਦੇਣਾ ਚੱਲ ਰਿਹਾ। ਅਸੀਂ ਤੁਹਾਡੇ ਘਰ ਦੇ ਵਿੱਚ ਤਣ ਦਿੱਤਾ, ਹੁਣ ਸਾਨੂੰ ਦਿਓ। ਅਸੀਂ ਤੁਹਾਡੇ ਵੱਡ ਵਡੇਰਿਆਂ ਨੂੰ ਰੋ ਕੇ ਗਏ ਸੀ, ਹੁਣ ਸਾਡਿਆਂ ਨੂੰ ਰੋ ਆ ਕੇ। ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਨੇ, ਧੰਦਾ ਪਿਟਿਓ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੇ ਕਾਤੀ ਤੁਮ ਲੋਕ ਸੁਣਾਵੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਗੱਲ ਦਾ ਹਵਾਲਾ ਦਿੰਦੇ ਨੇ ਕਿ ਜਿਹੜੇ ਨੂੰ ਤੁਸੀਂ ਰੋ ਰਹੇ ਹੋ, ਉਹ ਤਾਂ ਤੁਹਾਡੀ ਗੱਲ ਨਹੀਂ ਸੁਣ ਰਿਹਾ, ਤੁਸੀਂ ਤਾਂ ਲੋਕਾਂ ਨੂੰ ਸੁਣਾ ਰਹੇ ਹੋ। ਕਿਸੇ ਦਾ ਕੁਛ ਦੇਣਾ ਵੀ ਲੈਣਾ ਹੁੰਦਾ ਹੈ, ਕਿਸੇ ਦਾ ਕੁਛ ਲੈਣਾ ਵੀ ਦੇਣਾ ਹੁੰਦਾ ਹੈ। ਇਹ ਸੰਸਾਰ ਦੇ ਵਿੱਚ ਰੀਤ ਰਿਵਾਜ ਚੱਲਦੀ ਹੈ। ਤੋ ਸਾਧੂ ਜੀ ਕਹਿਣ ਲੱਗੇ ਮੈਂ ਭਾਵੇਂ ਤੁਹਾਡੇ ਅੱਗੇ ਖੱਪਰ ਕੀਤਾ ਹੈ, ਪਰ ਤੁਹਾਨੂੰ ਕੁਝ ਦੇਣ ਆਇਆ। ਕੀ ਦੇਣਾ ਹੈ? ਕਹਿੰਦੇ ਸ਼ਬਦ ਦੇਣਾ ਤੁਹਾਨੂੰ। ਮੈਂ ਤੁਹਾਡੇ ਪਿਤਾ ਦੇ ਨਾਲ ਸਾਂਝ ਮੇਰੀ ਸੀ, ਘਰ ਲੈ ਗਏ। ਕਹਿੰਦੇ ਤੁਹਾਡੇ ਪਿਤਾ ਨੇ ਕੋਈ ਤੁਹਾਨੂੰ ਨਿਸ਼ਾਨੀ ਦਿੱਤੀ ਹੈ? ਕਹਿਣ ਲੱਗੇ ਹਾਂ। ਅੰਤਮ ਸਮੇਂ ਇਹ ਟਰੰਕ ਹੈ, ਇਹਨੂੰ ਜਿੰਦਾ ਲਾ ਕੇ ਇਹਦੀ ਚਾਬੀ ਸਾਡੇ ਹੱਥ ਦੇ ਵਿੱਚ ਦੇ ਗਏ। ਐ ਪੁੱਤਰੋ, ਮੇਰੀ ਇਹ ਆਖਰੀ ਨਿਸ਼ਾਨੀ ਹੈ। ਸਾਰੀ ਜ਼ਿੰਦਗੀ ਦੇ ਖੂਨ ਪਸੀਨੇ ਦੀ ਕਮਾਈ ਇਹ ਟਰੰਕ ਦੇ ਵਿੱਚ ਹੈ, ਤੁਸੀਂ ਇਹਦੀ ਸਾਂਭ ਸੰਭਾਲ ਕਰਿਓ। ਇਹ ਬਚਨ ਕਰਕੇ ਗਏ ਨੇ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਤੁਸੀਂ ਇਹਨੂੰ ਹਜੇ ਤੱਕ ਖੋਲ੍ਹ ਕੇ ਕਿਉਂ ਨਹੀਂ ਦੇਖਿਆ? ਕਹਿੰਦੇ ਜੇ ਅਸੀਂ ਤਾਂ ਇਹਦੀ ਪੂਜਾ ਕਰਦੇ ਹਾਂ, ਇਹਦੀਆਂ ਪਰਿਕਰਮਾ ਕਰ ਲੈਂਦੇ ਹਾਂ, ਅਗਰਬੱਤੀ ਵਗੈਰਾ ਕਰ ਲੈਂਦੇ ਹਾਂ, ਸਾਰਾ ਕੁਛ ਕਰ ਲੈਂਦੇ ਹਾਂ, ਪਰ ਖੋਲ੍ਹ ਕੇ ਨਹੀਂ ਅਸੀਂ ਦੇਖਿਆ। ਕਹਿੰਦੇ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਦਿੱਤਾ ਸੀ, ਇਹ ਤੁਸੀਂ ਖੋਲ੍ਹ ਕੇ ਜ਼ਰੂਰ ਦੇਖਣਾ ਸੀ। ਸਾਧੂ ਮਹਾਤਮਾ ਜੀ ਕਹਿਣ ਲੱਗੇ ਹੁਣ ਸਾਡੇ ਬੈਠਿਆਂ ਤੋਂ ਖੋਲ੍ਹ ਕੇ ਦੇਖੋ। ਪਿਤਾ ਦੀ ਦਿੱਤੀ ਹੋਈ ਵਸਤੂ ਜੇ ਤੁਸੀਂ ਖੋਲ੍ਹ ਕੇ ਨਾ ਦੇਖੋਗੇ, ਤੁਹਾਨੂੰ ਪਤਾ ਕੀ ਲੱਗੂਗਾ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਕੀ ਦਿੱਤਾ ਹੈ। ਸਾਧੂ ਦਾ ਬਚਨ ਮੰਨ ਕੇ ਜਦ ਉਹਨਾਂ ਨੇ ਜਿੰਦਰਾ ਖੋਲ੍ਹਿਆ ਅਤੇ ਟਰੰਕ ਨੂੰ ਖੋਲ੍ਹ ਕੇ ਦੇਖਿਆ, ਅਤੇ ਉਹਦੇ ਵਿੱਚ ਮੋਹਰਾਂ ਹੀ ਮੋਹਰਾਂ ਸੋਨੇ ਦੀਆਂ ਰੱਖੀਆਂ ਪਈਆਂ ਨੇ। ਸਾਰਾ ਟਰੰਕ ਮੋਹਰਾਂ ਨਾਲ ਭਰਿਆ ਪਿਆ ਹੈ। ਉਹ ਮਹਾਤਮਾ ਜੀ ਕਹਿਣ ਲੱਗੇ ਮੈਂ ਤੁਹਾਨੂੰ ਇਹੀ ਸ਼ਬਦ ਦੇਣ ਆਇਆ ਸੀ ਕਿ ਤੁਹਾਡੇ ਪਿਤਾ ਨੇ ਤੁਹਾਨੂੰ ਇੰਨੀਆਂ ਮੋਹਰਾਂ ਇਕੱਠੀਆਂ ਕਰਕੇ ਦਿੱਤੀਆਂ ਨੇ, ਇੰਨੀਆਂ ਮੋਹਰਾਂ ਤੁਹਾਡੇ ਘਰ ਦੇ ਵਿੱਚ ਪਈਆਂ ਨੇ, ਅਤੇ ਤੁਸੀਂ ਫਿਰ ਵੀ ਭੁੱਖੇ ਰਹਿ ਰਹੇ ਹੋ। ਫਿਰ ਵੀ ਤੁਸੀਂ ਭੁੱਖੇ ਰਹਿ ਰਹੇ ਹੋ। ਕੱਲੀ ਸ਼ਰਧਾ ਬਿਨਾਂ ਗਿਆਨ ਤੋਂ, ਕੱਲੀ ਸ਼ਰਧਾ ਦਾ ਕੁਛ ਨਹੀਂ ਬਣਦਾ, ਅਤੇ ਗਿਆਨ ਵੀ ਸ਼ਰਧਾ ਤੋਂ ਬਿਨਾਂ ਲੰਗੜਾ ਹੀ ਮੰਨਿਆ ਗਿਆ ਹੈ। ਕੱਲੀ ਮਨੁੱਖ ਸ਼ਰਧਾ ਰੱਖੀ ਜਾਵੇ, ਗਿਆਨ ਕੋਈ ਨਹੀਂ। ਗੁਰੂ ਦੇ ਸ਼ਬਦ ਨੂੰ ਕਦੇ ਖੋਲ੍ਹ ਕੇ ਦੇਖਿਆ ਹੀ ਨਹੀਂ ਕਿ ਅਕਸਰ ਇਹਦੇ ਵਿੱਚ ਕੀ ਰਤਨ ਜਵਾਹਰਤ ਪਏ ਨੇ। ਖੋਲ੍ਹੇ ਹੀ ਨਹੀਂ ਕਦੇ ਗੁਰੂ ਦੇ ਸ਼ਬਦ ਨੂੰ। ਜੇ ਕਦੇ ਗੁਰੂ ਦੇ ਸ਼ਬਦ ਨੂੰ ਖੋਲ੍ਹ ਕੇ ਪੜ੍ਹਦਾ ਅਤੇ ਇਸ ਨੂੰ ਗਿਆਨ ਆ ਜਾਣਾ ਸੀ। ਗਿਆਨ ਦੇ ਨਾਲ ਸ਼ਰਧਾ ਪੈਦਾ ਹੋ ਜਾਣੀ ਸੀ। ਇਕੱਲੀ ਸ਼ਰਧਾ ਸਾਰੀ ਜ਼ਿੰਦਗੀ ਮਨੁੱਖ ਤੋਂ ਪਰਿਕਰਮਾ ਕਰਦੀ ਰਹਿੰਦੀ ਹੈ। ਅਕਸਰ ਇਕੱਲੀ ਸ਼ਰਧਾ ਇਹ ਅਧੂਰੀ ਰਹਿੰਦੀ ਹੈ ਮਨੁੱਖ ਦੀ। ਅਧੂਰੀ ਸ਼ਰਧਾ ਇਸ ਨੂੰ ਮੰਨਿਆ ਗਿਆ। ਬਿਨਾਂ ਗਿਆਨ ਤੋਂ ਜਿਹੜੀ ਸ਼ਰਧਾ ਰੱਖਣੀ ਹੈ ਅਧੂਰੀ ਹੈ। ਜਿਹੜੀ ਬਿਨਾਂ ਗਿਆਨ ਤੋਂ ਸ਼ਰਧਾ ਰੱਖਣੀ, ਸ਼ਰਧਾ ਵੀ ਅਧੂਰੀ ਹੈ। ਤੋ ਅਕਸਰ ਇਹ ਸ਼ਰਧਾ ਮਨੁੱਖ ਦੀ ਸਮਾਂ ਪੈ ਕੇ ਟੁੱਟ ਜਾਂਦੀ ਹੈ।
ਜਿਨ੍ਹਾਂ ਦੇ ਕੋਲ ਗੁਰੂ ਦੇ ਸ਼ਬਦ ਦਾ ਗਿਆਨ ਹੈ, ਗੁਰੂ ਸਾਹਿਬ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਜਿਹੜਾ ਤੇਰੇ ਪਿਤਾ ਗੁਰੂ ਨਾਨਕ ਨੇ ਦਾਦੇ ਪੜਦਾਦਿਆਂ ਦਾ ਅਕਾਲ ਪੁਰਖ ਦਾ ਨਿਦਾਨ ਖਜ਼ਾਨਾ ਤੈਨੂੰ ਬਖਸ਼ਿਆ, ਇਹਨੂੰ ਖੋਲ ਕੇ ਦੇਖ ਕੇ ਇਸ ਵਿੱਚ ਕੀ ਕੁਛ ਨੇ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਫਿਰ ਤੇਰੇ ਮਨ ਨੂੰ ਸੰਤੁਸ਼ਟੀ ਹੋਣੀ ਹੈ ਕਿ ਸਾਡੇ ਵੱਡ ਵਡੇਰਿਆਂ ਨੇ ਸਾਨੂੰ ਕਿੰਨਾ ਕੁਝ ਬਖਸ਼ਿਆ ਹੈ। ਵਰਨਾ ਇਕੱਲੀ ਸ਼ਰਧਾ, ਅੰਨੀ ਸ਼ਰਧਾ ਤੇ ਅਧੂਰੀ ਸ਼ਰਧਾ ਇਸ ਨੂੰ ਮੰਨਿਆ ਗਿਆ ਬਿਨਾਂ ਗਿਆਨ ਤੋਂ। ਗਿਆਨ ਹੈ, ਸ਼ਰਧਾ ਹੈ, ਇਹ ਦੋਨੇ ਬਰਾਬਰ ਰਹਿੰਦੇ ਨੇ, ਗਿਆਨ ਅਤੇ ਸ਼ਰਧਾ। ਜਿਹਦੇ ਕੋਲ ਗੁਰੂ ਦਾ ਸ਼ਬਦ ਖੋਲ ਕੇ ਗਿਆਨ ਨਹੀਂ ਪ੍ਰਾਪਤ ਕੀਤਾ, ਉਹਦੀ ਸ਼ਰਧਾ ਵੀ ਅਧੂਰੀ ਰਹਿ ਜਾਂਦੀ ਹੈ। ਤੇ ਸ਼ਰਧਾ ਤੋਂ ਬਿਨਾਂ ਗਿਆਨ ਵੀ ਅਧੂਰਾ ਰਹਿ ਜਾਂਦਾ ਹੈ। ਇਹ ਦੋਨੇ ਵਸਤੂਆਂ ਮਨੁੱਖ ਨੂੰ ਆਪਣੇ ਕੋਲ ਬਰਾਬਰ ਹੀ ਰੱਖਣੀਆਂ ਪੈਂਦੀਆਂ ਨੇ, ਤਾਂ ਕਿ ਜਿਹੜੀ ਇਹ ਜ਼ਿੰਦਗੀ ਹੈ, ਇਹ ਜ਼ਿੰਦਗੀ ਕਦੇ ਵੀ ਡਾਵਾਂਡੋਲ ਨਾ ਹੋਵੇ, ਜ਼ਿੰਦਗੀ ਕਦੇ ਵੀ ਅਧੂਰੀ ਨਾ ਰਹੇ। ਜਿਸ ਤਰ੍ਹਾਂ ਅਕਾਲ ਪੁਰਖ ਨੇ ਸਾਰੀਆਂ ਜੋਨੀਆਂ ਦੇ ਵਿੱਚੋਂ ਕੱਢ ਕੇ ਮਨੁੱਖਾ ਦੇਹੀ ਬਖਸ਼ੀ ਹੈ, ਇਹ ਮਨੁੱਖਾ ਦੇਹੀ ਦੇ ਹੁੰਦਿਆਂ ਹੋਇਆਂ ਗੁਰੂ ਦਾ ਸ਼ਬਦ ਖੋਲ ਕੇ ਉਸ ਦੇ ਵਿੱਚੋਂ ਹੀਰੇ ਰਤਨ ਜਵਾਹਰਤ ਪ੍ਰਾਪਤ ਕਰਕੇ ਸ਼ਰਧਾ ਅਤੇ ਗਿਆਨ ਲੈ ਕੇ ਇਹ ਮਨੁੱਖ ਆਪਣੀ ਦੇਹੀ ਨੂੰ ਪਵਿੱਤਰ ਕਰ ਲੇ, ਇਹ ਦੇਹੀ ਹੀ ਪਰਮਾਤਮਾ ਦਾ ਰੂਪ ਬਣ ਜਾਂਦੀ ਹੈ। ਪਰ ਐਸਾ ਅਕਸਰ ਮਨੁੱਖ ਨਹੀਂ ਕਰਦਾ। ਤੋ ਜਿੰਨਾ ਵਕਤ ਇਸ ਦੇ ਕੋਲ ਹੈ ਗਿਆਨ ਨਹੀਂ, ਗਿਆਨ ਤੋਂ ਬਗੈਰ ਸਾਰਾ ਕੁਛ ਹੀ ਅਧੂਰਾਪਣ ਹੈ। ਗਿਆਨ ਇੱਕ ਹੋਰ ਮੇਰੇ ਪ੍ਰਮਾਣ ਯਾਦ ਆਇਆ। ਇੱਕ ਪਿਤਾ ਨੇ ਉਹਦੇ 2 ਬੇਟੇ ਤੇ 1 ਪੁੱਤਰੀ ਸੀ। ਉਹਨੇ ਆਪਣੇ ਘਰ ਵਿੱਚ ਊਠ ਰੱਖੇ ਹੋਏ ਸਨ। ਮਰਨ ਲੱਗਿਆ, ਕਹਿਣ ਲੱਗਿਆ ਨਾ, ਕਹਿੰਦੇ ਪੁੱਤਰੋ, ਮੈਂ ਤੁਹਾਡੀ ਵੰਡ ਕਰ ਦੇਵਾਂ, ਕਿਤੇ ਮਰਨ ਤੋਂ ਬਾਅਦ ਤੁਸੀਂ ਲੜੀ ਨਾ ਜਾਇਓ। ਕਹਿੰਦੇ ਜੀ ਦੱਸੋ ਕਿਵੇਂ? ਕਹਿੰਦੇ ਆ ਜਿਹੜੇ ਊਠ ਨੇ ਨਾ, ਇਹਦੇ ਵਿੱਚ ਵੱਡੇ ਪੁੱਤਰ ਦਾ ਤਾਂ ਅੱਧ ਹੈ। ਕਹਿੰਦੇ ਠੀਕ ਹੈ। ਛੋਟੇ ਦਾ 5ਵਾਂ ਹਿੱਸਾ ਹੈ, ਉਹ ਵੀ ਠੀਕ ਹੈ। ਜਿਹੜੀ ਧੀ ਰਹਿੰਦੀ ਸੀ, ਧੀ ਨੂੰ ਕਹਿਣ ਲੱਗੇ ਬੇਟੀ ਤੇਰਾ 4ਥਾ ਹਿੱਸਾ ਹੈ, ਮੇਰੇ ਮਰਨ ਤੋਂ ਬਾਅਦ ਜਦੋਂ ਤੁਸੀਂ ਵੰਡੋਗੇ ਨਾ, ਇਹਨਾਂ ਨੂੰ ਤੁਸੀਂ ਵੰਡ ਲੈਣਾ ਇਸ ਤਰੀਕੇ ਦੇ ਨਾਲ। ਕਹਿੰਦੇ ਠੀਕ ਹੈ। ਜਦ ਪਿਤਾ ਚੜ੍ਹਾਈ ਕਰ ਗਿਆ, ਪਿਤਾ ਦੇ ਚੜ੍ਹਾਈ ਕਰਨ ਤੋਂ ਬਾਅਦ ਊਠਾਂ ਦੀ ਵੰਡ ਕਰਨ ਲੱਗ ਗਏ। ਊਠਾਂ ਦੀ ਗਿਣਤੀ ਸੀ 19। ਹੁਣ ਜੇ ਤੇ ਊਠ 20 ਹੁੰਦੇ ਤੇ ਅੱਧ 10 ਆ ਗਿਆ ਸੀ, ਫਿਰ ਤੇ ਵੰਡ ਹੋ ਜਾਂਦੀ। 19 ਊਠ ਪਿਤਾ ਛੱਡ ਕੇ ਆਪ ਚੜ੍ਹਾਈ ਕਰ ਗਿਆ। ਉਹਨਾਂ ਨੇ ਵੰਡ ਦੇ ਸਮੇਂ ਪਿੰਡ ਦੇ ਬੁਲਾ ਲਏ। ਕਹਿੰਦੇ ਵੀ ਸਾਡਾ ਨਿਪਟਾਰਾ ਕਰੋ, ਸਾਡੇ ਪਿਤਾ ਨੇ ਆਹ ਗੱਲ ਕਹੀ ਹੈ, ਇਹਦੀ ਵੰਡ ਕਰੋ ਊਠਾਂ ਦੀ, ਅਸੀਂ ਤੇ ਅੱਡ ਹੋਣਾ। ਉਹ ਪਿੰਡ ਦੇ ਕਹਿਣ ਲੱਗੇ ਚਲੋ 1 ਊਠ ਅਸੀਂ ਇਹਦੇ ਵਿੱਚ ਹੋਰ ਲਾ ਲੈਂਦੇ ਹਾਂ, ਜਾਂ ਇਹਨਾਂ ਨੂੰ 18 ਕਰ ਲਓ। 19 ਊਠ ਦਾ ਤੇ ਅੱਧ ਹੋ ਹੀ ਨਹੀਂ ਸਕਦਾ। ਬੜੀਆਂ ਸਿਆਣਪਾਂ ਰੱਖਣ ਵਾਲੇ ਉਹਨਾਂ ਤੋਂ ਪਿੰਡ ਤੋਂ ਨਾ ਫੈਸਲਾ ਹੋਇਆ। 2-4 ਪਿੰਡਾਂ ਦੇ ਹੋਰ ਇਕੱਠੇ ਕਰ ਲਏ, ਰਿਸ਼ਤੇਦਾਰ ਵੀ ਇਕੱਠੇ ਕਰ ਲਏ, ਫੈਸਲਾ ਫਿਰ ਵੀ ਨਾ ਹੋਇਆ। 19 ਊਠਾਂ ਦਾ ਤੇ ਅੱਧ ਹੋ ਹੀ ਨਹੀਂ ਸਕਦਾ। ਜਦ ਇਹ ਗੱਲ ਕਾਨੂੰਨ ਤੱਕ ਚਲੀ ਗਈ, ਸਰਕਾਰ ਤੱਕ ਚਲੀ ਗਈ, ਤੇ ਸਰਕਾਰ ਨੇ ਵੀ ਆਪਣੀ ਸਿਰ ਖਪਾਈ ਕਰਕੇ ਦੇਖ ਲਈ। ਉਹ ਕਹਿੰਦੇ ਨਾ ਤੇ 18 ਊਠ ਵੰਡਣੇ ਨੇ, ਨਾ 20 ਵੰਡਣੇ ਨੇ, ਸਿਰਫ ਤੇ ਸਿਰਫ
19 ਊਠਾਂ ਦੀ ਵੰਡ ਕਰਨੀ ਹੈ। ਤੇ ਵੰਡ ਵੀ ਉਸ ਹਿਸਾਬ ਦੇ ਨਾਲ ਕਰਨੀ ਹੈ ਜਿਸ ਹਿਸਾਬ ਦੇ ਨਾਲ ਸਾਡਾ ਪਿਤਾ ਕਹਿ ਕੇ ਗਿਆ। ਸਰਕਾਰ ਕੋਲੋਂ ਵੀ ਉਹਨਾਂ ਨੇ ਬੜੀ ਸਿਰ ਖਪਾਈ ਕੀਤੀ, ਬੜਾ ਕੁਛ ਹੋਇਆ। ਅਕਸਰ ਦੁਨੀਆ ਦੇ ਕਿਸੇ ਵੀ ਪੜ੍ਹੇ ਲਿਖੇ ਸੂਝਵਾਨ ਬੰਦੇ ਤੋਂ ਇਹ ਤਾਣੀ ਨਾ ਸੁਲਝੀ। ਉਹਨਾਂ ਦੇ ਪਿਤਾ ਦਾ ਜਾਣਕਾਰ ਆ ਗਿਆ, ਕਹਿੰਦੇ ਚਲੋ ਦੇਖਦੇ ਹਾਂ। ਭੋਜਨ ਪਾਣੀ ਉਹਨੇ ਘਰੇ ਛਕਿਆ। ਕਹਿੰਦੇ ਮੈਂ ਤੁਹਾਡੇ ਪਿਤਾ ਦਾ ਜਾਣਕਾਰ ਹਾਂ, ਚੜ੍ਹਾਈ ਕਰਕੇ ਪਤਾ ਲੱਗਿਆ, ਬੈਠਣ ਆ ਗਿਆ। ਠੀਕ ਹੈ। ਉਹਨਾਂ ਨੇ ਕੀ ਕੀਤਾ, ਜਿਹੜਾ ਮਨੁੱਖ ਆਇਆ ਸੀ ਉਹਨੇ ਊਠ ਆਪਣਾ ਉਹਨਾਂ ਊਠਾਂ ਦੇ ਵਿੱਚ ਬੰਨ੍ਹ ਦਿੱਤਾ। ਅਕਸਰ ਪੁਰਾਣਿਆਂ ਸਮਿਆਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਕਿ ਘਰੋਂ ਬਾਹਰ ਪਸ਼ੂ 10-10 ਘਰਾਂ ਦੇ ਇੱਕ ਜਗ੍ਹਾ 'ਤੇ ਪਸ਼ੂ ਖੜ੍ਹੇ ਹੁੰਦੇ ਸੀ, ਇੱਕ ਜਗ੍ਹਾ 'ਤੇ ਊਠ ਖੜ੍ਹੇ ਹੁੰਦੇ ਸਨ। ਪੁਰਾਤਨ ਸਮਿਆਂ ਦਾ ਇਹ ਰਿਵਾਜ। ਕਹਿੰਦੇ ਸਾਡਾ ਬਹੁਤ ਵੱਡਾ ਝਗੜਾ ਪਿਆ ਹੋਇਆ, ਸਰਕਾਰ ਵੀ ਥੱਕ ਗਈ, ਪੰਚਾਇਤਾਂ ਵੀ ਥੱਕ ਗਈਆਂ, ਪਰ ਸਾਡੀ ਵੰਡ ਨਹੀਂ ਹੋਈ। ਉਹ ਕਹਿੰਦਾ ਵੰਡ ਦਾ ਕੀ ਹੈ, ਮੈਂ ਹੁਣ ਕਰ ਦਿੰਦਾ। ਕਹਿੰਦੇ ਊਠ ਇਹ 20 ਖੜ੍ਹੇ ਨੇ, ਇਹਨਾਂ ਦੀ ਗਿਣਤੀ ਕਰ ਲਓ, ਅੱਧ ਦੇ ਦਿਓ ਵੱਡੇ ਮੁੰਡੇ ਨੂੰ, 10 ਦੇ ਦਿਓ। ਕਹਿੰਦੇ ਜੀ 20 ਦੀ ਨਹੀਂ 19 ਦੀ ਕਰਨੀ ਹੈ। ਕਹਿੰਦੇ ਊਠ ਤੇ 20 ਖੜ੍ਹੇ ਨੇ। ਉਹ ਕਹਿਣ ਲੱਗੇ ਇੱਕ ਊਠ ਤੇ ਇਹਦੇ ਵਿੱਚ ਤੁਹਾਡਾ ਖੜਾ ਹੈ, ਤੁਹਾਡਾ ਵਿੱਚ ਨਹੀਂ ਵੰਡਿਆ ਜਾਣਾ। ਉਹ ਕਹਿਣ ਲੱਗਿਆ ਤੁਸੀਂ ਫਿਕਰ ਨਾ ਕਰੋ, ਮੈਂ ਆਪਣਾ ਊਠ ਤੁਹਾਨੂੰ ਛੱਡ ਕੇ ਨਹੀਂ ਜਾਂਦਾ, ਆਪਣਾ ਲੈ ਕੇ ਜਾਊਂਗਾ। ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਉਹਨੇ ਕੀ ਕੀਤਾ, ਇਕੱਲੇ ਬੈਠੇ ਨੇ 20 ਊਠਾਂ ਦਾ ਅੱਧ ਕਰਕੇ 10 ਊਠ ਵੱਡੇ ਮੁੰਡੇ ਨੂੰ ਦੇ ਦਿੱਤੇ। ਛੋਟੇ ਨੂੰ ਪੁੱਛਿਆ ਭਾਈ ਤੇਰਾ ਕਿਹਮਾ ਹਿੱਸਾ ਸੀ? ਕਹਿੰਦੇ 5ਵਾਂ। ਚਲੋ ਕਹਿੰਦੇ 10 ਊਠ ਤੇ ਇਹ ਲੈ ਗਿਆ, ਹੁਣ ਇਹ 5ਵੇਂ ਹਿੱਸੇ ਦੇ ਵਿੱਚ 5 ਊਠ ਸੀ ਜਿਹੜੇ ਇਹ ਤੇਰੇ ਆ ਗਏ, 5 ਤੂੰ ਲੈ ਲੈ, 15 ਹੋ ਗਏ। ਬੇਟੀ ਨੂੰ ਪੁੱਛਿਆ, ਕਹਿਣ ਲੱਗੇ ਤੇਰਾ ਕਿਹਮਾ ਹਿੱਸਾ ਸੀ? ਕਹਿੰਦੀ ਚੌਥਾ ਹਿੱਸਾ, ਚੌਥਾਈ ਹਿੱਸਾ। ਕਹਿਣ ਲੱਗੇ ਹੁਣ ਇਹਨਾਂ 5 ਊਠਾਂ ਦੇ ਵਿੱਚੋਂ 4 ਊਠ ਤੂੰ ਲੈ ਲੈ ਆਪਣੇ, ਇਹ ਇੱਕ ਊਠ ਮੇਰਾ ਬਚ ਗਿਆ, ਆਪਣਾ ਊਠ ਲੈ ਕੇ ਉਹ ਰਸਤੇ ਲੱਗਿਆ। ਵੰਡ ਹੋ ਗਈ। ਉਹਨਾਂ ਨੂੰ ਵੀ ਪੂਰੇ ਕਰ ਦਿੱਤੇ, ਆਪਣਾ ਵੀ ਲੈ ਗਿਆ। ਇਹਨੂੰ ਕਹਿੰਦੇ ਨੇ ਸਿਆਣਪ, ਸਿਆਣਾਪਨ। ਜਿਹੜੇ ਮਨੁੱਖ ਦੇ ਕੋਲੇ ਸਿਆਣਪ ਨਹੀਂ ਹੈ, ਗਿਆਨ ਨਹੀਂ ਹੈ, ਉਸ ਮਨੁੱਖ ਦੀ ਸ਼ਰਧਾ ਵੀ ਅਧੂਰੀ ਰਹਿ ਜਾਂਦੀ ਹੈ। ਜਿਨ੍ਹਾਂ ਦੇ ਕੋਲ ਸ਼ਰਧਾ ਹੈ, ਗਿਆਨ ਨਹੀਂ ਹੈ, ਉਹਨਾਂ ਦੀ ਸ਼ਰਧਾ ਅਧੂਰੀ ਹੈ। ਜਿਨ੍ਹਾਂ ਦੇ ਕੋਲ ਸ਼ਰਧਾ ਹੈ, ਗਿਆਨ ਨਹੀਂ, ਉਹਨਾਂ ਦਾ ਗਿਆਨ ਅਧੂਰਾ ਹੈ। ਇਹ ਤਾਂ ਫਿਰ ਐਸੇ ਤਰ੍ਹਾਂ ਹੋ ਜਾਂਦਾ ਹੈ ਜਿਸ ਤਰ੍ਹਾਂ ਪੁਰਖ ਅਤੇ ਇਸਤਰੀ, ਮਾਏ ਬਾਪ ਕੋ ਬੇਟਾ ਨੀਕਾ, ਸਸੁਰੈ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਪਾਈ। ਐਸੇ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਇੱਕ ਬੇਟੇ ਦੇ ਵਿੱਚ ਮਾਂ ਦੀ ਅੰਸ਼ ਬਹੁਤ ਘੱਟ ਹੈ, ਪਿਤਾ ਦੀ ਜ਼ਿਆਦਾ ਹੈ। ਇੱਕ ਬੇਟੀ ਦੇ ਵਿੱਚ ਪਿਤਾ ਦੀ ਅੰਸ਼ ਘੱਟ ਹੈ, ਮਾਂ ਦੀ ਅੰਸ਼ ਜ਼ਿਆਦਾ ਹੈ। ਤੋ ਇਹ ਕੀ ਹੋਇਆ ਹੈ ਕਿ ਪੁਰਾਤਨ ਸਮੇਂ ਤੋਂ ਲੈ ਕੇ ਅਕਸਰ ਜਦ ਵੀ ਚੋਣ ਕਰਦੇ ਨੇ, ਬੇਟੇ ਆਪਣੀ ਮਾਂ ਵੱਲ ਜ਼ਿਆਦਾ ਝੁਕਾਅ ਕਰਦੇ ਨੇ, ਬੇਟੀਆਂ ਆਪਣੇ ਪਿਤਾ ਵੱਲ ਜ਼ਿਆਦਾ ਝੁਕਾਅ ਕਰਦੀਆਂ ਨੇ। ਕਿਉਂ? ਉਹਦਾ ਕਾਰਨ ਹੁੰਦਾ ਕਿ ਜੈਸੀ ਮੇਰੀ ਮਾਂ ਹੈ ਵੈਸੀ ਤਾਂ ਮੈਂ ਹਾਂ, ਮੈਂ ਆਪਣੇ ਪਿਤਾ ਨੂੰ ਸਮਝਣ ਦੇ ਯਤਨ ਕਰਾਂ। ਔਰ ਇੱਕ ਲੜਕਾ ਐਸਾ ਕਰਦਾ ਹੈ ਕਿ ਜੈਸਾ ਮੇਰਾ ਪਿਤਾ ਹੈ ਉਹਦੀ ਅੰਸ਼ ਤੇ ਮੇਰੇ ਵਿੱਚ ਪੂਰੀ ਹੈ, ਮੈਂ ਆਪਣੀ ਮਾਂ ਨੂੰ ਸਮਝਣ ਦੇ ਯਤਨ ਕਰਾਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਇਹ ਦਰਜ ਹੈ, ਮਾਏ ਬਾਪ ਕੋ ਬੀਟਾ ਨੀਕਾ, ਸਸੁਰ ਚਤਰ ਜਵਾਈ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਪਾਈ। ਬਾਲ ਕੰਨਿਆ ਆਪਣੇ ਬਾਪ ਨੂੰ ਜ਼ਿਆਦਾ ਪਿਆਰ ਇਸ ਕਰਕੇ ਕਰਦੀ ਹੈ ਮਾਂ ਨਾਲੋਂ ਕਿ ਉਹਦੇ ਵਿੱਚ ਆਪਣੇ ਬਾਪ ਦੇ ਅੰਸ਼ ਅਧੂਰੀ ਹੈ, ਉਸ ਅੰਸ਼ ਨੂੰ ਪੂਰੇ ਕਰਨ ਵਾਸਤੇ ਆਪਣੇ ਬਾਬਲ ਦਾ ਜ਼ਿਆਦਾ ਨੇਹ ਕਰਦੀ ਹੈ। ਇੱਕ ਪੁੱਤਰ ਆਪਣੀ ਮਾਂ ਨਾਲ ਜ਼ਿਆਦਾ ਪਿਆਰ ਰੱਖਦਾ ਹੈ ਆਪਣੇ ਪਿਤਾ ਨਾਲੋਂ, ਕਾਰਨ ਕਿ ਇੱਕ ਪੁੱਤਰ ਦੇ ਵਿੱਚ ਪਿਤਾ ਦੀ ਅੰਸ਼ ਤੇ ਪੂਰੀ ਹੈ। ਉਹ ਚਾਹੁੰਦਾ ਹੈ ਕਿ ਜੋ ਮੇਰੀ ਅਧੂਰੀ ਅੰਸ਼ ਹੈ, ਮੇਰੀ ਮਾਂ ਹੈ, ਮੈਂ ਆਪਣੀ ਮਾਂ ਨੂੰ ਸਮਝਣ ਦੇ ਯਤਨ ਕਰਾਂ। ਇਸੇ ਕਰਕੇ ਸਮਾਜ ਦੇ ਵਿੱਚ ਪੁੱਤਰ ਆਪਣੀਆਂ ਮਾਵਾਂ ਨੂੰ ਜ਼ਿਆਦਾ ਪਿਆਰ ਕਰਦੇ ਨੇ, ਧੀਆਂ ਆਪਣੇ ਬਾਬਲ ਨੂੰ ਜ਼ਿਆਦਾ ਪਿਆਰ ਕਰਦੀਆਂ ਨੇ। ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਦਰਜ ਹੈ।
ਆ ਬਿਨਾਂ ਗੱਲ ਤੋਂ ਜਿਹੜੇ ਸਾਡੀਆਂ ਸਿਫਤਾਂ ਕਰੀ ਜਾਂਦੇ ਨੇ, ਧੀਆਂ ਇੰਨਾ ਪਿਆਰ ਕਰਦੀਆਂ ਜੀ, ਧੀਆਂ ਇੰਨਾ ਪਿਆਰ ਕਰਦੀਆਂ, ਇਹਨਾਂ ਦੀਆਂ ਸਿਫਤਾਂ ਤੋਂ ਬਚ ਕੇ ਰਿਹਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਵਧੀਆ ਤੋਂ ਵਧੀਆ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਏ ਨੇ। ਹਰ ਇੱਕ ਪੱਖ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ। ਸੋ ਮੈਂ ਅਗਾਹਾਂ ਨਾ ਜਾਵਾਂ, ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। 5 ਮਿੰਟਾਂ ਦਾ ਸਮਾਂ ਪਹਿਲਾਂ ਹੀ ਵੱਧ ਹੋ ਚੁੱਕਿਆ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।